गुरु का बख्शिया फतेह का नारा करो बुलंद गज के आखो जी। वाहिगुरू जी का खालसा वाहिगुरू जी की फतेह। सतनाम श्री वाहिगुरू साहिब जी। दखना जो तो कीने अपने तिन्ना को मिलियो है। आपे ही आप मोहियो जस नानक आप सुनियो है। छंत प्रेम ठगौरी पाए रिझाए गोबिंद मन मोहिया। संतन कै प्रसाद अगाध कंठ लग सोहिया जियो। प्रेम ठगौरी पाए रिझाए गोबिंद मन मोहिया जियो। संतन कै प्रसाद अगाध कंठ लग सोहिया जियो। वाहिगुरू ये पवित्र बचन राग श्री राग विखे पंजवें पातशाह साहब श्री गुरु अर्जन देव महाराज जी के उचारण किए हुए हैं। जो श्री ग्रंथ साहिब महाराज जी के पवित्र अंग 81 उपर सुभाएमान हैं। गल चल रही सी पिछे ये शब्द राही कुछ सिंधी लोगों ने आके बेनती की जिन्हां दी ये बोली है दखना शब्द का हिंडग है, जिस दे पिछे आपां 3 शब्द सरपण किए। चौथे का पाठ अज आप जी ने सरपण किया है। तो विचार चल रही है सिख संगतां नाल पंजवें पातशाह साहब श्री गुरु अर्जन देव महाराज जी की। आके संगत ने बेनती की सी महाराज साडा भी उस मालक दे दर्शनां नूं परसन दा जी करदा, बड़ी इच्छा है। मैं भी उसके दर्शन करने चाहता हाँ, कृपा करके मैनू दसो उहदे दर्शन किवें हो सकते हैं। ये सतगुरु पातशाह जी इसका जवाब देंदे हन। संत सरनाई लभणे रब दे प्यारियां दी शरण विच जाओ, ओही इहदी दस पा सकते हैं, क्योंकि वह विचोले आ रब दे प्यारे। गुरबाणी विच भी रब दे प्यारे विराजमान है, उन्हां दे बचन है। तां जिस तरह एक बचन होर 12 माह चो याद आया, असुन प्रेम उमाहड़ा क्यों मिलिया हर जाए। 12 माह का शब्द असू का महीना। वैसे सतगुरां ने सानू पित्थां वारां नाल नहीं जोड़िया, ब्रह्म ज्ञान की बाणी है। तो इस असुण का अर्थ करांगे आपां। ये प्रश्न है पिछे दे कड़छी चिन्ह आवेगा। क्यों मिली है, किवें मिली है, हर जाए परमेश्वर। तो इत्थे गुरु अर्जन जी देव जी महाराज कह रहे हैं, आ सुन सिखा तैनू मैं दसां, जे तू मालक नूं मिलना चाहुंदा है। असुण का मतलब आ सुन। असुन प्रेम उमाहड़ा क्यों मिलिया हर जाए। संत सहाई राम के कर कृपा दिया मिलाए। भाव साध पठाए आप हर। परमेश्वर ने अपने प्यारे भेजे आ दुनिया में। काहदे वास्ते? ये दसन लई कि हम तुम ते ना ही दूर, मैं सोडे नाल ही रहना। आपां नूं नहीं पता तो वो दस देंदे आ। कोई सतनाम गुरबाणी दस रही है, गुरु साहिबान दस रहे हैं, भगत दस रहे हैं,
ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਇਕੱਠੇ ਹੀ ਰਹਿੰਦੇ ਆ। ਤੇਰੇ 'ਚ ਤੇ ਮੇਰੇ 'ਚ ਕੋਈ ਫਰਕ ਨਹੀਂ ਹੈ। ਕਣਕ ਕਟਕ ਜਲ ਤਰੰਗ ਜੈਸਾ, ਮੈਂ ਸੋਨੇ ਦਾ ਗਹਿਣਾ ਬਣ ਗਿਆ, ਤੂੰ ਸੋਨੇ ਦਾ ਡਲਾ ਹੈ। ਤੇ ਡਲੇ ਨੂੰ ਕੋਈ ਮੁੰਦਰੀ ਛੱਲਾ ਛਾਪ ਨਹੀਂ ਕਹਿੰਦਾ, ਸੋਨਾ ਹੀ ਕਹਿੰਦਾ। ਸੋਨੇ ਡਲੀ ਹੋਵੇ ਜੇ ਉਹਨੂੰ ਸੋਨਾ ਹੀ ਕਹਿੰਦਾ, ਕੋਈ ਮੁੰਦਰੀ ਛੱਲਾ ਹਾਰ ਨਹੀਂ ਕਹਿੰਦਾ। ਪਰ ਜਦੋਂ ਉਹਦੇ ਵਿੱਚੋਂ ਗਹਿਣਾ ਬਣ ਜਾਵੇ ਫਿਰ ਗੱਲ ਸੋਨਾ ਨਹੀਂ ਕਹਿੰਦਾ, ਫਿਰ ਕਹਿੰਦਾ ਜੀ ਆ ਕੁੜੀ ਦਾ ਹਾਰ ਹੈ, ਇਹ ਮੁੰਡੇ ਦੀ ਛਾਪ ਹੈ, ਇਹ ਪ੍ਰਾਹੁਣੇ ਦਾ ਕੜਾ ਹੈ, ਆਦਿ ਆਦਿ। ਫਿਰ ਸੋਨਾ ਅਗਲਾ ਘੱਟ ਹੀ ਕਹਿੰਦਾ, ਉਹ ਹੁੰਦਾ ਸੋਨੇ ਦਾ ਹੀ ਆ ਉਹ। ਇਸੇ ਤਰ੍ਹਾਂ ਇਹ ਜੀਵ ਪਰਮੇਸ਼ਰ ਦੀ ਕੋਈ ਅੰਸ਼ ਹੈ, ਪਰ ਸਰੀਰਾਂ ਵਿੱਚ ਆਉਣ ਕਰਕੇ ਇਹ ਮਨੁੱਖ ਇਸਤਰੀ ਪਸ਼ੂ ਪੰਛੀ ਆਦਿ ਆਦਿ ਬਣ ਗਿਆ। ਕੋਈ ਸਤਨਾਮ ਜਦੋਂ ਨਿਕਲ ਗਿਆ, ਹਰ ਕਾ ਸੇਵਕ ਸੋ ਹਰ ਜਿਹਾ, ਹਰੀ ਨੂੰ ਜਪਣ ਵਾਲੇ ਹਰੀ ਦਾ ਰੂਪ ਹੋ ਜਾਂਦੇ ਆ। ਤਾਂ ਤੇ ਜਦੋਂ ਬਾਅਦ ਵਿੱਚ ਵੀ ਹਰੀ ਦਾ ਰੂਪ ਬਣ ਜਾਣਾ ਹੈ, ਤੇ ਪਹਿਲਾਂ ਵੀ ਹਰੀ ਦਾ ਰੂਪ ਸੀ, ਤਾਂ ਤੇ ਵਿਚਾਲੇ ਵੀ ਹਰੀ ਦਾ ਰੂਪ ਹੈ। ਭੇਦ ਨਾ ਜਾਣੋ ਮਾਨਸ ਦੇਹਾ, ਕੀ ਹੋ ਗਿਆ ਮਨੁੱਖਾ ਸਰੀਰ 'ਚ ਹੈ, ਹੁਣ ਵੀ ਹਰੀ ਹੈ। ਬਸ ਇਹ ਭੁਲੇਖਾ ਖਾ ਗਿਆ, ਮੈਂ ਫਲਾਨਾ ਸਿਉ, ਮੈਂ ਧਿਉਂਕਾ ਸਿਉ, ਇੱਦਾਂ ਕਹਿੰਦਾ ਫਿਰਦਾ। ਉਹ ਭੁੱਲ ਗਿਆ ਕਿ ਮੈਂ ਪਾਰ ਬ੍ਰਹਮ ਦੀ ਪਰਮੇਸ਼ਰ ਦੀ ਅੰਸ਼ ਹਾਂ। ਮਨ ਤੂੰ ਜੋਤ ਸਰੂਪ ਹੈ, ਸਤਿਗੁਰ ਨੇ ਯਾਦ ਕਰਾਇਆ। ਮਨ ਤੂੰ ਸਰੀਰ ਨਹੀਂ ਹੈ, ਤੂੰ ਜੋਤ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ। ਗੁਰੂ ਦੀ ਮੱਤ ਲੈ ਕੇ ਆਨੰਦ ਮਾਣ। ਤੂੰ ਕਾਹਨੂੰ ਦੁੱਖਾਂ 'ਚ ਪਿਆ ਹੈ? ਜਿਨ੍ਹਾਂ ਦੇ ਕਾਰਨ ਤੂੰ ਦੁੱਖਾਂ 'ਚ ਪਿਆ, ਇਹ ਤੇਰੇ ਹੈ ਹੀ ਨਹੀਂ। ਬਸ ਲੈਣ ਦੇਣ ਦੇ ਸੰਬੰਧ ਕਰਕੇ ਇਕੱਠੇ ਹੋ ਗਏ। ਜਿੱਦੇ ਹਿਸਾਬ ਕਿਤਾਬ ਬਰਾਬਰ ਹੋਇਆ, ਉਹਦੇ ਵਿਛੜ ਜਾਂਦੇ ਹੈ, ਵਿਛੋੜਾ ਪੈ ਜਾਂਦਾ। ਬਸ ਉਸ ਮੋਹ ਕਰਕੇ ਵਿਛੋੜਾ ਪੈ ਗਿਆ, ਤੇ ਵਿਛੋੜੇ ਕਰਕੇ ਮੋਹ ਕਰਕੇ ਬੰਦਾ ਦੁਖੀ ਹੁੰਦਾ ਹੈ। ਜੇ ਸਮਝ ਆ ਜਾਵੇ ਤੇ ਉਸੇ ਤਰ੍ਹਾਂ ਹੀ ਆ ਜਿਵੇਂ ਕਿਸੇ ਦਾ ਕਰਜ਼ਾ ਦੇਣਾ ਹੈ। ਜਿੰਨੇ ਦਿਨ ਨਹੀਂ ਦਿੰਦੇ ਉਹਨੇ ਦਿਨ ਲੈਣ ਆਉਂਦਾ, ਜਿੱਦੇ ਕਰਜ਼ਾ ਨਿਬੜਿਆ ਉਹਦੇ ਮੁੜ ਕੇ ਨਹੀਂ ਆਉਂਦਾ, ਉਹ ਚਲਿਆ ਜਾਂਦਾ। ਉਹੀ ਹਿਸਾਬ ਕਿਤਾਬ ਰਿਸ਼ਤੇਦਾਰੀਆਂ ਸਾਖ ਸੰਬੰਧਾਂ ਦਾ ਹੈ। ਹੁਣ ਅੱਜ ਦਾ ਜੋ ਪਵਿੱਤਰ ਵਚਨ ਆਪਾਂ ਨੇ ਸਰਵਣ ਕੀਤਾ, ਆਰੰਭ ਕੀਤਾ, ਇਸ ਦੇ ਨਾਲ ਜੁੜਨਾ ਕਰੀਏ। ਦੱਖਣਾ, ਦੱਖਣਾ ਸ਼ਬਦ ਦਾ ਹੈਂਡਿੰਗ ਹੈ, ਭਾਵ ਸਿੰਧੀ ਲੋਕ, ਦੱਖਣੀ ਇਲਾਕੇ ਦੇ ਲੋਕ ਸਤਿਗੁਰਾਂ ਕੋਲੇ ਆਏ ਨੇ। ਉਹਨਾਂ ਨੂੰ ਉਚਾਰਨ ਕਰਕੇ ਕਹਿੰਦੇ ਹਨ, ਸਿੱਖੋ ਉਹ ਪਰਿਪੂਰਨ ਪਰਮੇਸ਼ਰ ਪਰਮਾਤਮਾ ਉਹਨਾਂ ਨੂੰ ਆਪੇ ਹੀ ਮਿਲ ਪੈਂਦਾ ਹੈ, ਅਵਤਾਰ ਧਾਰ ਕੇ ਦੁਨੀਆ ਵਿੱਚ ਜਦ ਆਉਂਦਾ ਹੈ। ਕਿਹਨਾਂ ਨੂੰ? ਜੋ ਤੋ ਕੀਨੇ ਆਪਣੇ, ਜਿਨ੍ਹਾਂ ਨੂੰ ਉਹਨੇ ਆਪ ਦੇ ਬਣਾ ਲਿਆ। ਦੇਖੋ ਨਾ, ਗੁਰੂ ਨਾਨਕ ਦੇਵ ਜੀ ਨੇ 4 ਉਦਾਸੀਆਂ ਲਾਈਆਂ, ਸਾਰੀ ਸ੍ਰਿਸ਼ਟੀ ਉਹਨਾਂ ਦੀ ਆ। ਪਰ ਉਦਾਸੀਆਂ ਦੌਰਾਨ ਕਈ ਥਾਵਾਂ 'ਤੇ ਭਾਈ ਮਰਦਾਨੇ ਨੂੰ ਭੇਜਦੇ ਆ, ਮਰਦਾਨਿਆਂ ਫਲਾਣੇ ਨੂੰ ਬੁਲਾ ਕੇ ਲਿਆ। ਉਹ ਇੱਥੇ ਇੱਕ ਝੰਡਾ ਵਾਢੀ ਆ, ਉਹਨੂੰ ਸੱਦ ਕੇ ਲਿਆ। ਜਦ ਝੰਡੇ ਵਾਢੀ ਨੂੰ ਲੱਭ ਕੇ ਪਿੰਡ ਵਿੱਚ ਗਿਆ ਮਰਦਾਨਾ, ਝੰਡੇ ਨੂੰ ਕਹਿਣ ਲੱਗਿਆ, ਭਾਈ ਝੰਡਿਆ, ਇਹਨੂੰ ਬਾਬਾ ਨਾਨਕ ਸੱਦ ਹੈ। ਉਹ ਕਹਿੰਦਾ, ਉਹ ਕੌਣ ਹੈ? ਮਰਦਾਨਾ ਕਹਿੰਦਾ, ਉਹ ਪਰਮੇਸ਼ਰੀ ਆ, ਸਤਿਗੁਰੂ ਹੈ, ਮਹਾਂਪੁਰਸ਼ ਹੈ, ਮੇਰੇ ਨਾਲ ਆਏ ਨੇ, ਤੇ ਉਹ ਪਿੰਡੋਂ ਬਾਹਰ ਬੈਠੇ, ਤੈਨੂੰ ਸੱਦਿਆ। ਝੰਡਾ ਕਹਿੰਦਾ, ਮੈਂ ਤਾਂ ਜਾਣਦਾ ਨਹੀਂ। ਮਰਦਾਨਾ ਕਹਿੰਦਾ, ਤੂੰ ਨਹੀਂ ਜਾਣਦਾ ਹੋਵੇਗਾ, ਉਹ ਤੈਨੂੰ ਜਾਣਦੇ ਹੈ। ਕੋਈ ਸਤਨਾਮ ਸੀ, ਤਾਈਆਂ ਤਾਂ ਮੈਨੂੰ ਭੇਜਿਆ ਜੀ, ਤੈਨੂੰ ਜਾਣਦੇ ਆ। ਤਾਂ ਫਿਰ ਝੰਡਾ ਵਾਢੀ ਉੱਠ ਕੇ ਬਾਬਾ ਜੀ ਕੋਲ ਪਹੁੰਚਿਆ, ਤੇ ਫਿਰ ਸਤਿਗੁਰਾਂ ਨੇ ਉਹਨਾਂ ਨੂੰ ਸਿਮਰਨ ਦੀ ਦਾਤ ਬਖਸ਼ੀ। ਫਿਰ ਉੱਥੇ ਬੈਠ ਕਰਕੇ ਉਹਨਾਂ ਨੇ ਪ੍ਰਚਾਰ ਕੀਤਾ ਆਪਣੇ ਇਲਾਕੇ 'ਚ, ਤੇ ਬਾਬਾ ਜੀ ਅੱਗੇ ਚਲੇ ਗਏ। ਪਟਨਾ ਸਾਹਿਬ ਦੇ ਇਲਾਕੇ ਵਿੱਚ ਜਾਂਦੇ ਆ। ਇਸ ਦਾ ਨਾਮ ਪਹਿਲਾਂ ਪਾਟਲੀਪੁੱਤਰ ਸੀ, ਫਿਰ ਪਟਨਾ ਸਾਹਿਬ ਪੈ ਗਿਆ। ਉੱਥੇ ਜਾ ਕੇ ਮਰਦਾਨੇ ਨੂੰ ਕਹਿੰਦੀ ਆ, ਲਾਲ ਨੂੰ ਜਾ ਕੇ ਸਾਲਸਰਾਏ ਜੌਹਰੀ ਕੋਲ ਵੇਚ ਕੇ ਆ। ਜੇ ਬਾਬਾ ਜਾਣਦਾ ਫੇਰ ਹੀ ਭੇਜਦਾ। ਕੋਈ ਸਤਨਾਮ ਸੀ। ਇਸ ਕਰਕੇ ਜਿਨ੍ਹਾਂ ਨੂੰ ਪਰਮੇਸ਼ਰ ਨੇ ਆਪ ਦੇ ਬਣਾ ਲਿਆ, ਉਹਨਾਂ ਨੂੰ ਆਪ ਜਾ ਕੇ ਲੱਭ ਲੈਂਦਾ।
ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹੇਮਕੁੰਡ ਦੀ ਪਹਾੜੀ ਤੋਂ ਪਰਮੇਸ਼ਰ ਦੇ ਸੱਦੇ ਮੁਤਾਬਕ ਉਹਨਾਂ ਦੇ ਕੋਲ ਜਾਂਦੇ ਆ, ਜਿਹੜੇ ਉਹਨਾਂ ਦੇ ਨਾਲ 7 ਰਿਸ਼ੀ ਹੋਰ ਹੇਮਕੁੰਡ ਦੀ ਪਹਾੜੀ ਤੇ ਤਪੱਸਿਆ ਕਰਦੇ ਸੀ। ਤੇ ਉਹ 7 ਰਿਸ਼ੀ ਜਿਹੜੇ ਸਨ ਉਹ ਗੁਰੂ ਗੋਬਿੰਦ ਸਿੰਘ ਜੀ ਨੂੰ ਬਖਸ਼ੇ ਤਪੱਸਵੀ ਜੀ ਕਹਿੰਦੇ ਸੀ। ਤੇ ਜਦੋਂ ਇਹਨਾਂ ਨੇ ਕਿਹਾ ਵੀ ਮਿੱਤਰੋ, ਮੈਨੂੰ ਲੱਗਦਾ ਹੈ ਕਿ ਮੈਨੂੰ ਪਰਮੇਸ਼ਰ ਨੇ ਬੁਲਾਇਆ। ਪਹਿਲਾਂ ਤਾਂ 7 ਰਿਸ਼ੀ ਕਹਿਣ ਲੱਗੇ, ਛੱਡੋ ਜੀ, ਇਹ ਮਾਇਆ ਸਾਨੂੰ ਪਹਾੜਾਂ ਵਿੱਚ ਵੀ ਨਹੀਂ ਛੱਡਦੀ, ਕੋਈ ਨਾ ਕੋਈ ਮਾਇਆ ਦਾ ਫੁਰਨਾ ਬਣ ਹੀ ਜਾਂਦਾ। ਤਾਂ ਦੁਸ਼ਟ ਦਮਨ ਜੀ ਚੁੱਪ ਕਰ ਗਏ। ਦੂਜੇ ਦਿਨ ਸਾਰੇ ਰਿਸ਼ੀ ਕਹਿਣ ਲੱਗੇ ਵੀ ਰਾਤ ਸਾਨੂੰ ਸਾਡੇ ਅਰਾਧਿਆ ਮਿਲੇ। ਕੋਈ ਰਾਮ ਦਾ ਭਗਤ ਸੀ, ਕੋਈ ਕ੍ਰਿਸ਼ਨ ਜੀ ਦਾ ਭਗਤ ਸੀ, ਕੋਈ ਕਿਸੇ ਦਾ, ਕੋਈ ਕਿਸੇ ਦਾ। ਕਹਿੰਦੇ ਰਾਤ ਸਾਨੂੰ ਸਾਡੇ ਗੁਰੂ ਮਿਲੇ, ਉਹ ਸਾਨੂੰ ਕਹਿੰਦੇ ਵੀ ਤੁਸੀਂ ਬਖਸ਼ੇ ਤਪੱਸਵੀ ਜੀ ਨੂੰ ਰੋਕੋ ਨਾ, ਦੁਸ਼ਟ ਦਮਨ ਜੀ ਨੂੰ। ਇਹਨਾਂ ਨੂੰ ਵਾਕਈ ਪਰਮੇਸ਼ਰ ਨੇ ਬੁਲਾਇਆ ਕਿਸੇ ਖਾਸ ਕੰਮ ਲਈ, ਇਹਨਾਂ ਨੂੰ ਤੜਕੇ ਭੇਜੋ। ਤੜਕੇ ਸਾਰੇ ਜਦੋਂ ਦੁਪਹਿਰੇ ਇਕੱਠੇ ਹੁੰਦੇ ਆ ਗੁਫਾਵਾਂ 'ਚੋਂ ਨਿਕਲ ਕੇ, ਫਿਰ ਦੱਸਦੇ ਆ। ਫਿਰ ਕਹਿਣ ਲੱਗੇ ਠੀਕ ਹੈ, ਮੈਂ ਜਾਣਾ। ਉਹ ਰਿਸ਼ੀ ਕਹਿੰਦੇ ਫਿਰ ਜੀ ਅਸੀਂ ਇੱਥੇ ਇਕੱਲੇ ਕੀ ਕਰਾਂਗੇ, ਸਾਡਾ ਤਾਂ ਜੀਅ ਨਹੀਂ ਲੱਗਣਾ ਤੁਹਾਡੇ ਬਿਨਾਂ। ਤੇ ਬਖਸ਼ੇ ਤਪੱਸਵੀ ਜੀ ਭਾਵ ਦੁਸ਼ਟ ਦਮਨ ਜੀ ਕਹਿਣ ਲੱਗੇ ਕੋਈ ਗੱਲ ਨਹੀਂ, ਮੈਂ ਜਾਣਾ ਪਰਮੇਸ਼ਰ ਕੋਲੇ। ਜੇ ਮੈਨੂੰ ਮਾਤਲੋਕ ਵਿੱਚ ਜਾਣ ਦਾ ਹੁਕਮ ਹੋਇਆ ਤੇ ਮੈਂ ਤੁਹਾਨੂੰ ਵੀ ਉੱਥੇ ਹੀ ਲੈ ਜਾਵਾਂਗਾ। ਤੁਸੀਂ ਵੀ ਆਹ ਸਰੀਰ ਛੱਡ ਕੇ ਉੱਥੇ ਨਵਾਂ ਜਨਮ ਧਾਰ ਲਿਓ। ਉਹ ਰਿਸ਼ੀ ਪੁੱਛਦੇ ਜੀ ਫਿਰ ਆਪਾਂ ਕਿਵੇਂ ਮਿਲਾਂਗੇ? ਤੇ ਦੁਸ਼ਟ ਦਮਨ ਭਾਵ ਗੁਰੂ ਗੋਬਿੰਦ ਸਿੰਘ ਜੀ, ਬਖਸ਼ੇ ਤਪੱਸਵੀ ਜੀ ਵੀ ਉਹਨਾਂ ਦਾ ਨਾਮ ਹੈ, ਲਾਲ ਜੀ ਵੀ ਉਹਨਾਂ ਦਾ ਨਾਮ ਹੈ, ਬੇਅੰਤ ਨਾਮ ਹੈ ਉਹਨਾਂ ਦੇ, ਕਲਗੀਆਂ ਵਾਲਾ, ਬਾਜਾਂ ਵਾਲਾ, ਨੀਲੇ ਵਾਲਾ ਆਦਿ ਆਦਿ, ਅਮਰ ਦਾ ਦਾਤਾ। ਤੋ ਦੁਸ਼ਟ ਦਮਨ ਜੀ ਕਹਿਣ ਲੱਗੇ ਕੋਈ ਗੱਲ ਨਹੀਂ, ਤੁਸੀਂ ਉੱਥੇ ਜਨਮ ਧਾਰ ਲਿਓ, ਮੈਂ ਆਪੇ ਲੱਭ ਲੂੰਗਾ ਤੁਹਾਨੂੰ। ਕੋਈ ਸਤਨਾਮ ਸ੍ਰੀ। ਉੱਦਾਂ ਹੀ ਹੋਇਆ। ਫਿਰ ਮਾਤਲੋਕ ਦੇ ਵਿੱਚ ਆ ਕੇ ਸਤਿਗੁਰਾਂ ਨੇ ਜਿਹੜੇ ਜਿਹੜੇ ਇਹਨਾਂ ਦੇ ਪੁਰਾਣੇ ਮਿੱਤਰ ਸੀ, ਪਿਆਰੇ ਸੀ, ਉਹਨਾਂ ਸਾਰਿਆਂ ਨੂੰ ਇਕੱਠੇ ਕਰ ਲਿਆ। ਦੁਬਾਰਾ ਮਾਤਲੋਕ ਵਿੱਚ ਜਨਮ ਲੈ ਕੇ ਪਹਿਲੇ ਜਾਮੇ ਦਾ ਵਿਛੜਿਆ ਮੂਲਾ ਖੱਤਰੀ ਬਾਬੇ ਨਾਨਕ ਤੋਂ ਵਿਛੜਿਆ, ਬਚਨ ਹੋਇਆ ਸੀ 10ਵੇਂ ਜਾਮੇ ਸੰਭਾਲਾਂਗੇ, ਤੇ 10ਵੇਂ ਜਾਮੇ ਨੰਦੇੜ ਸਾਹਿਬ 'ਚੋਂ ਸੰਭਾਲਿਆ। ਖੈਰ ਮਨੋਬਿਰਤੀਆਂ ਉੱਥੇ ਰੱਖੀਏ। ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੰਗਤ ਕਹਿੰਦੀ ਮਹਾਰਾਜ ਸਾਨੂੰ ਉਹਦੇ ਦਰਸ਼ਨ ਕਿਵੇਂ ਹੋਣਗੇ? ਕਹਿੰਦੇ ਆਪਾਂ ਨਹੀਂ ਲੱਭ ਸਕਦੇ, ਉਹ ਆਪੇ ਲੱਭ ਲੈਂਦਾ। ਕਹੋ ਸਤਨਾਮ। ਥੋੜ੍ਹਾ ਪਿਆਰ ਦੀ ਲੋੜ ਹੈ। ਜਿਵੇਂ ਜਿਨ੍ਹਾਂ ਨੇ ਪਿਆਰ ਕੀਤਾ ਚੱਲ ਕੇ ਉਹਦੇ ਘਰੇ ਗਿਆ। ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ। ਜਦੋਂ ਮਨ ਇੰਨਾ ਪਵਿੱਤਰ ਹੋ ਗਿਆ, ਪਾਛੇ ਲਾਗੋ ਹਰ ਫਿਰੇ। ਰੱਬ ਤਾਂ ਮਗਰ ਮਗਰ ਫਿਰੂਗਾ, ਜਿਵੇਂ ਬੱਚੇ ਮਗਰ ਗਾਂ ਫਿਰਦੀ ਹੁੰਦੀ ਆ। ਕਹੋ ਸਤਨਾਮ ਸ੍ਰੀ। ਜਿਵੇਂ ਬੱਚੇ ਨੂੰ ਮਾਂ ਲੱਭਦੀ ਆ, ਉਹ ਤਾਂ ਮਗਰ ਮਗਰ ਫਿਰੂਗਾ। ਪਰ ਸ਼ਰਤ ਹੈ ਕਿ ਸਿੱਖਾ ਤੂੰ ਇੰਨਾ ਨਿਰਮਲ ਹੋ ਜਾ, ਆਪਣੇ ਆਪ ਨੂੰ ਸਮਰਪਣ ਕਰ ਦੇ। ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ, ਪਾਛੇ ਲਾਗੋ ਹਰ ਫਿਰੇ ਕਹਿਤ ਕਬੀਰ 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 ਕਬੀਰ। ਕਹੋ ਸਤਨਾਮ ਸ੍ਰੀ। ਤਾਂ ਲੱਭਦਾ ਫਿਰੂਗਾ ਤੈਨੂੰ। ਪ੍ਰੀਤਮ ਜੀ ਕਹਿੰਦੇ ਦੱਖਣਾ ਜੋ ਤੋ ਕੀਨੇ ਆਪਣੇ ਤਿੰਨਾਂ ਕੋ ਮਿਲਿਓ ਹੈ। ਜਿਨ੍ਹਾਂ ਨੂੰ ਤੂੰ ਆਪਣੇ ਬਣਾ ਲਿਆ, ਤੂੰ ਉਹਨਾਂ ਨੂੰ ਆਪੇ ਹੀ ਮਿਲ ਪੈਣਾ। ਆਪੇ ਹੀ ਆਪ ਮੋਹਿਓ ਜਸ ਨਾਨਕ ਆਪ ਸੁਣਿਓ ਹੈ। ਜਦੋਂ ਕੋਈ ਬੈਠ ਕੇ ਉਹਦੀ ਸਿਫਤ ਕਰਦਾ ਹੈ ਤੇ ਉਹ ਖਿੱਚਿਆ ਜਾਂਦਾ। ਜਦੋਂ ਕੋਈ ਬੈਠ ਕੇ ਉਹਦੀ ਸਿਫਤ ਕਰਦਾ ਹੈ ਨਾ, ਫਿਰ ਉਹਨੂੰ ਉੱਥੇ ਆਉਣਾ ਪੈਂਦਾ। ਕਿੰਨੀਆਂ ਉਦਾਹਰਨਾਂ ਦੇਵਾਂ ਇਹਦੇ ਨਾਲ ਦੀਆਂ। ਧੰਨ ਗੁਰੂ ਨਾਨਕ ਦੇਵ ਜੀ, ਦੁਪਹਿਰ ਦਾ ਸਮਾਂ ਹੈ, ਕਰਤਾਰਪੁਰ ਨਗਰ 'ਚ ਆਪਣੇ ਆਸਣ 'ਤੇ ਪਏ ਹੈ, ਪਲੰਘੇ 'ਤੇ ਆਰਾਮ ਕਰ ਰਹੇ ਹੈ। ਲਹਿਣਾ ਜੀ ਉਹਨਾਂ ਦੀ ਸੇਵਾ ਦੇ ਵਿੱਚ ਹੈ। ਤੇ ਕੀ ਦੇਖਦੇ ਹੈ? ਸਤਿਗੁਰਾਂ ਦੇ ਪੈਰਾਂ 'ਤੇ ਪਿੰਜਣੀਆਂ 'ਤੇ ਝਰੀਟਾਂ ਪਈਆਂ, ਜਿਵੇਂ ਕੰਡਿਆਂ ਦੀਆਂ ਝਰੀਟਾਂ ਪੈਂਦੀਆਂ, ਵਾੜਾਂ ਵੀ ਦੀ ਟੱਪ ਜੀਏ, ਝਰੀਟਾਂ ਜੀਆਂ ਪਈਆਂ।
लैणा जी कहते महाराज तुसीं अज गए सी खेतां कन्नी? कहते नहीं। कहते फिर पैरां ते झरीटां जिहियां काहदियां पै गईयां? अच्छा दसां? हाँ महाराज। कहते फिर इधर जा खेतां वाले पासे, उत्थे एक बकरियां चारदा फिरदा, उहनूं सद के लिया मेरे कोल। कहते भाई लैणा जी आग्या लैके आग्या बन के खेतां वल गए तो एक बकरियां वाला फिरदा है। बकरियां वाल नूं कहंदे भी तैनूं मित्रा सद्दिया बाबे जी ने धर्मशाला विच आ। वो आ गया, हथ बन के खड़ गया, हुक्म। कहने हुक्म की है? जिहड़ी तू बाणी पढ़दा फिरदा सोहला साहिब दी दुपहरे, ये रात नूं मंजे ते बह के पढ़ी दी आ, कहो सतनाम श्री। क्यों महाराज? कहने तू इन्ने प्यार विच पढ़दा फिरदा सी, मेरा जी कीता मैं सुनने वास्ते मगर आ गया, देख झीटां पै गईयां पैरां ते। ये सानूं एक सिक्ख्या देती पातशाह ने बई जिहड़ी सोहला साहिब दी बाणी है, ये हथ ने हथ मूँह धो के मंजे ते बह के फिर पढ़नी है पैन लगे। तो वह प्यार दे विच मूँह जवानी जार सी, दुपहरे बड़े प्यार नाल गाउंदा फिरदा सी, ते रब मोया गया, बाबा नानक मोया गया, तो सुनने वास्ते पहुँच गया। को सतनाम सी। जिथे उसकी सिफत की जाती है उत्थे वो आप भजिया आउंदा है। धन गुरु अर्जन देव जी उन्हां संगतां नूं ये समझाउंदे है कि तुसीं सिफत करो। एक बार एक पिंड विच रंगड़ा ने हमला किया ते पिंड वालियां नूं लुटिया, सट्टां भी मार गए, उन्हां दे जख्मी करके। पिंड वाले कराह रहे आ, उन्हां दे पशु पुशु खोल के लै गए। एक जथा जा रहा सी आनंदपुर साहब नूं नमस्कार करने वास्ते, सतगुरां नूं मिलण वास्ते। ते सिख दे अंदर जो पातशाह जी ने सुभाव बनाया है, दुखीए की सेवा करनी। जदों ये जथा उस पिंड विच पहुंचिया ते लोग रो रहे आ, कराह रहे आ, जथा रुक गया। वेखिया लोग बड़े जख्मी है, उन्हां विच एक वैद भी सीगा। उन्हां नाल मिल के सब दे पट्टियां बन्नियां। फिर कहते भी दोपहर का समा हो गया, लंगर भी तैयार कर लो इत्थे। उत्थे लंगर तैयार किया संगतां ने रल के, पिंड वालियां नूं भी सिखाया छकाया, आपदे वास्ते भी तैयार किया, पिंड वालियां वास्ते भी। हुण सिख की आदत है जदों लंगर बन गया तो फिर इसने अरदास करनी है। बड़े प्यार दे नाल पिंड वाले दुखियां नूं संभालिया। ते जिस वेले सिखां ने इकट्ठे होकर थाल ला के प्रशादे का कपड़ा दे के उत्ते ते अरदासा कीता, महाराज आप जी दे बख्शे भंडारियां विचों लंगर तैयार है, भोग लाओ, कृपा करके छको। जदों ये अरदास की ते पिछों आवाज़ आई, छेती करो भुख बहुत लगी आ। संगत रब के एकदम पिछे वेखदी है, ते की वेखदी आ? पिछे गुरु गोबिंद सिंह जी खड़े आ घोड़े ते। संगतां भज के पैरी पै गई, महाराज तुसीं? कहने जिथे मैनूं याद किया जाता मैं उत्थे पहुँचदा। कहो सतनाम सी। मेरी आदत है, मेरा सुभाव है, मेरा बिरद है। फिर उन्हां चों वैद नूं गले लाउंदे आ। कहंदे वैद जी तुसीं जख्मियां दे पट्टियां नहीं बन्नियां, मेरे ही बन्नियां। कहो सतनाम सी। तुसीं इन्हां दुखियां नूं, पिंड वालियां नूं जथेदारों संभालिया, सिखों संभालिया, ये तुसीं मेरी सेवा की है। क्योंकि घट घट मैं हरजू बसै, संतन कहो पुकार। गुरु साहब का ही सिक्ख्या सानूं। ते तुसीं जिस तरह बड़े प्यार नाल इन्हां दुखियां नूं संभालिया, समझो मैनूं संभालिया, मेरी सेवा की है, तो फिर मैं क्यों ना आउंदा। इन्हां विच वैद विच बड़ी इच्छा सी पातशाह जी नूं मिलण दी। एक बारी पहलां भी गुरु गोबिंद सिंह जी इन्हां दे पिंड गए सी, पर उदों वैद नूं चाणचक एमरजेंसी एक बीमार संभालना पिया। वो दुविधा च पै गया। उधरों गुरु गोबिंद सिंह जी ने पिंड विच आउणा सी, पता लग्या सीगा, ते उधरों जिवें एमरजेंसी कोई बच्चा होने वाला होवे जां कोई होर एमरजेंसी वैद नूं जाना पै गया। पहला तो वैद सोचता रहा दुविधा विच पै के भी मैं जावां कि ना जावां, जावां कि ना जावां, किते गुरु साहब आके ना मुड़ जाण, मैं तो दर्शन करने सी। पर फिर उन्हें अपना फर्ज समझ के जाना किया।
ਉਹ ਮਰੀਜ਼ ਨੂੰ ਸੰਭਾਲਣ ਚਲਿਆ ਗਿਆ ਤੇ ਗੁਰੂ ਸਾਹਿਬ ਜੀ ਉੱਥੇ ਹੋ ਕੇ ਮੁੜ ਆਏ ਤੇ ਉਹਦਾ ਬੜਾ ਬਰਾਗ ਲੱਗਿਆ ਸੀ ਇਸ ਵੈਦ ਨੂੰ ਵੀ ਅੱਜ ਮੈਂ ਦਰਸ਼ਨ ਨਹੀਂ ਕਰ ਸਕਿਆ, ਪਰ ਗੁਰੂ ਸਾਹਿਬ ਦੇ ਹਿਰਦੇ ਵਿੱਚ ਉਹ ਵੈਦ ਵਸ ਗਿਆ ਤੇ ਅੱਜ ਉਸ ਵੈਦ ਨੂੰ ਗਲੇ ਲਾਉਂਦੇ ਆ। ਕਹਿੰਦੇ ਉਸ ਦਿਨ ਵੀ ਤੇਰੀ ਇੱਛਾ ਸੀ ਨਾ ਮਿਲਣ ਦੀ, ਵਾਕਿਆ ਤੂੰ ਆਪਣੇ ਫਰਜ਼ ਨੂੰ ਨਿਭਾਇਆ ਹੈ, ਕਿਉਂਕਿ ਸਤਿਗੁਰ ਸਾਨੂੰ ਵਿਹਲੜ ਨਹੀਂ ਬਣਾਇਆ, ਸਾਨੂੰ ਕਿਰਤ ਕਰਨ ਵਾਲੇ ਬਣਾਇਆ, ਫਰਜ਼ਾਂ ਨੂੰ ਨਿਭਾਉਣ ਵਾਲੇ ਬਣਾਇਆ। ਇਸ ਕਰਕੇ ਅੱਜ ਗਲੇ ਲਾ ਕੇ ਵੈਦ ਨੂੰ ਬੜਾ ਪਿਆਰ ਦਿੰਦੇ ਹੈ। ਫਿਰ ਪ੍ਰਸ਼ਾਦਾ ਛਕਾਉਂਦੀ ਹੈ ਸੰਗਤ ਸਤਿਗੁਰਾਂ ਨੂੰ ਵੀ, ਤੇ ਸਤਿਗੁਰ ਸੰਗਤ ਨੂੰ ਲੈ ਕੇ ਫਿਰ ਅਨੰਦਪੁਰ ਸਾਹਿਬ ਜਾਂਦੇ ਆ ਨਾਲ ਲੈ ਕੇ। ਕਹੋ ਸਤਨਾਮ ਸੀ। ਜਿਹੜੇ ਉਹਦੀ ਸਿਫਤ ਕਰਦੇ ਆ ਉਹ ਨਾ ਤਾਂ ਮਗਰ ਮਗਰ ਤੁਰਿਆ ਫਿਰਦਾ, ਲੋੜ ਤਾਂ ਉਹਦੀ ਸਿਫਤ ਕਰਨ ਦੀ ਹੈ। ਸਾਨੂੰ ਕਹੋ ਸਤਨਾਮ ਸੀ, ਉਹ ਤਾਂ ਆਪ ਹੀ ਆ ਜਾਂਦਾ। ਆਪੇ ਹੀ ਆਪ ਮੋਹਿਓ ਜਸ ਨਾਨਕ ਆਪ ਸੁਣਿਓ ਹੈ। ਛੰਤ ਅੱਗੇ ਛੰਤ ਚੱਲਦਾ ਹੈ। ਪ੍ਰੇਮ ਠਗੌਰੀ ਪਾਏ ਰਿਝਾਏ ਗੋਬਿੰਦ ਮਨ ਮੋਹਿਆ ਜੀਓ। ਸ਼ਲੋਕ ਦੇ ਅਰਥ ਹੀ ਗਾ ਛੰਤ ਵਿੱਚ ਹੁੰਦੇ ਹੈ, ਤੇ ਜਿੱਥੇ ਸ਼ਲੋਕ ਮਹੱਲਾ ਤੇ ਪੌੜੀ ਆਉਂਦੇ ਹੈ ਉੱਥੇ ਵੀ ਸ਼ਲੋਕ ਤੇ ਮਹੱਲੇ ਦੇ ਮੇਨ ਭਾਵ ਅੱਗੇ ਪੌੜੀ ਵਿੱਚ ਹੋਰ ਵੀ ਖੋਲ੍ਹ ਕੇ ਲਿਖੇ ਹੁੰਦੇ ਆ। ਚਲੋ ਖੈਰ, ਛੰਤ ਵਿੱਚ ਵੀ ਇਹੀ ਗੱਲ ਕਰਦੇ ਆ ਪ੍ਰੀਤਮ। ਕਹਿੰਦੇ ਕੈਸੀ ਤੂੰ ਪ੍ਰੇਮ ਦੀ ਠੱਗੀ ਮਾਰੀ ਆ। ਇਹ ਸੱਚਾ ਸੁੱਚਾ ਪ੍ਰੇਮ ਹੈ। ਵੈਸੇ ਦੁਨੀਆ ਠੱਗੀ ਮਾਰਦੀ ਆ ਲੋਕਾਂ ਨੂੰ ਚੱਕਰ 'ਚ ਪਾ ਕੇ, ਉਤਲਾ ਉਤਲਾ ਜਾਂ ਪਿਆਰ ਵਿਖਾ ਕੇ, ਜਦੋਂ ਕੰਮ ਹੋ ਜਾਂਦਾ ਫਿਰ ਭੱਜ ਜਾਂਦੇ ਆ। ਕਹੋ ਸਤਨਾਮ। ਫਿਰ ਉਹ ਸਵਾਰਥੀ ਆ। ਪਰ ਜਿਹੜਾ ਗੁਰੂ ਦਾ ਪ੍ਰੇਮ ਹੈ ਨਾ, ਇਹ ਪੱਕਾ ਪ੍ਰੇਮ ਹੈ। ਇਹਨੂੰ ਭਗਤਾਂ ਨੇ ਠਗੌਰੀ ਕਿਹਾ, ਕਿਉਂਕਿ ਪ੍ਰੇਮ ਦੇ ਵਿੱਚ ਹੀ ਕੋਈ ਠੱਗਿਆ ਜਾਂਦਾ ਨਾ। ਠੱਗਿਆ ਜਾਣਾ ਭਾਵ ਸਮਰਪਣ ਹੋ ਜਾਣਾ, ਆਪਣਾ ਸਭ ਕੁਝ ਉਸ ਤੋਂ ਵਾਰ ਦੇਣਾ। ਕਹਿੰਦੇ ਮਹਾਰਾਜ ਤੂੰ ਜਿਹੜੀ ਪ੍ਰੇਮ ਦੀ ਠਗੌਰੀ ਸਾਡੇ ਤੇ ਪਾਈ ਆ, ਰਿਝਾਏ ਗੋਬਿੰਦ ਮਨ ਮੋਹਿਆ ਜੀਓ। ਇਸੇ ਗੱਲ ਨੂੰ ਭਗਤ ਨਾਮਦੇਵ ਜੀ ਕਹਿੰਦੇ, ਤੋਰੀ ਨਾ ਟੁੱਟੈ ਛੋਰੀ ਨਾ ਛੂਟੈ ਐਸੀ ਮਾਧੋ ਖਿੰਚ ਤਣੀ। ਇਹ ਖਿੱਚ ਕੀ ਹੈ? ਇਹ ਪ੍ਰੇਮ ਦੀਆਂ ਡੋਰਾਂ। ਮਹਾਂਪੁਰਸ਼ ਧਾਰਨਾ ਗਾਉਂਦੇ ਹੈ, ਪਾ ਕੇ ਪ੍ਰੇਮ ਦੀਆਂ ਡੋਰਾਂ ਰੱਬ ਵਸ ਭਗਤਾਂ ਨੇ ਕੀਤਾ। ਕਹੋ ਸਤਨਾਮ ਸੀ। ਪ੍ਰੇਮ ਦੇ ਵਿੱਚ ਹੀ ਬੰਨਿਆ ਜਾਂਦਾ, ਉਹ ਨਹੀਂ ਬੰਨਿਆ ਜਾਂਦਾ। ਇੱਕ ਦਿਨ ਕ੍ਰਿਸ਼ਨ ਜੀ ਆਪਣੇ ਕਿਸੇ ਮਿੱਤਰ ਕੋਲੇ ਖੜੇ ਆ, ਕੋਈ ਤੀਸਰਾ ਬੰਦਾ ਹੋਰ ਖੜਾ ਕੋਲੇ ਜਿਹੜਾ ਦੋਨਾਂ ਨੂੰ ਜਾਣਦਾ ਸੀ। ਵਾਹਵਾ ਚਿਰ ਗੱਲਾਂ ਕਰਦੇ ਰਹੇ ਤੇ ਕ੍ਰਿਸ਼ਨ ਜੀ ਕਹਿਣ ਲੱਗੇ, ਚੰਗਾ ਮਿੱਤਰਾ ਚੱਲਦੇ ਆ। ਉਹ ਕਹਿੰਦਾ ਜਾਓ। ਆਪਾਂ ਨਹੀਂ ਇੱਕਦਮ ਕਹਿੰਦੇ ਵੀ ਜਾਓ, ਉਹ ਕਹਿੰਦਾ ਜਾਓ। ਉਹ ਤੀਜਾ ਬੰਦਾ ਕਹਿੰਦਾ ਵੀ ਯਾਰ ਤੂੰ ਮਹਾਂਪੁਰਸ਼ਾਂ ਨੇ ਤਾਂ ਕਹਿਤਾ ਚਲੋ ਵੀ ਚੱਲਦੇ ਆ, ਤੇ ਐ ਥੋੜ੍ਹਾ ਇੱਕਦਮ ਕਹੀਦਾ ਵੀ ਜਾਓ ਜੀ। ਇੱਕ ਅੱਧੀ ਵਾਰ ਤਾਂ ਸੁਲਾ ਮਾਰੀ ਦੀ ਹੈ ਵੀ ਨਹੀਂ ਮਹਾਰਾਜ ਬੈਠੋ ਹਜੇ, ਠਹਿਰ ਕੇ ਚੱਲ ਜਿਓ। ਤੇ ਕ੍ਰਿਸ਼ਨ ਜੀ ਬੋਲ ਪਏ, ਕਹਿੰਦੇ ਵੀ ਇਹਦੀ ਮਰਜ਼ੀ ਆ। ਉਹ ਬੰਦਾ ਉਹਨੂੰ ਕਹਿੰਦਾ ਵੀ ਤੂੰ ਸੁਲਾ ਨਹੀਂ ਮਾਰੀ, ਭਾਵ ਇੱਕ ਵਾਰੀ ਤਾਂ ਕਹੀਦਾ ਵੀ ਨਹੀਂ ਮਹਾਰਾਜ ਬੈਠੋ ਹਜੇ ਕੀ ਹੈ। ਤੇ ਉਹ ਪਤਾ ਅੱਗੋਂ ਕੀ ਕਹਿੰਦਾ, ਬੜੇ ਪਿਆਰ 'ਚ ਭਿੱਜੀ ਹੋਈ ਰੂਹ ਕਹਿੰਦਾ ਇਹ ਜਾਣ ਦੀਆਂ ਗੱਲਾਂ ਹੀ ਕਰਦਾ ਪਰ ਜਾ ਨਹੀਂ ਸਕਦਾ। ਕੋਈ ਸਤਨਾਮ ਸੀ। ਇਹ ਸਰੀਰ ਕਰਕੇ ਤੁਰ ਜੂਗਾ, ਮੇਰੇ ਦਿਲ 'ਚੋਂ ਨਿਕਲ ਕੇ ਦਿਖਾਵੇ। ਉੱਥੇ ਫਿਰ ਕਿੱਡੇ ਪਿਆਰ ਦੀ ਗੱਲ ਹੋਵੇਗੀ। ਪ੍ਰੇਮ ਪਟੋਲਾ ਤੈਂ ਸਹਿ ਦਿੱਤਾ, ਢੱਕਣ ਕੂ ਪਤ ਮੇਰੀ। ਇਹ ਪ੍ਰੇਮ ਦੀਆਂ ਖੇਡਾਂ ਗੁਰੂ ਪਿਆਰਿਓ। ਦਾਨਾ ਬੀਨਾ ਸਾਈਂ ਮੈਂਡਾ ਨਾਨਕ, ਸਾਰ ਨਾ ਜਾਣਾ ਤੇਰੀ। ਟੈਂਡੈ ਸਿਮਰਨ ਹਬ ਕਿਛ ਲਦਮ, ਬਿਖਮ ਨਾ ਡਿਠਮ ਕੋਈ। ਮੈਂ ਵੈਸੇ ਤੈਨੂੰ ਪੂਰਾ ਨਹੀਂ ਜਾਣ ਸਕਦਾ। ਸਾਰ ਨਾ ਜਾਣਾ ਭਾਵ ਤੇਰਾ ਅੰਤ ਨਹੀਂ ਪਾ ਸਕਦਾ, ਤੂੰ ਕੈਸਾ ਹੈ। ਪਰ ਜਿਹੜਾ ਤੂੰ ਮੈਨੂੰ ਪ੍ਰੇਮ ਬਖਸ਼ਿਆ ਨਾ, ਇਹਦੀ ਬੜੀ ਕਿਰਪਾ ਹੈ। ਪ੍ਰੇਮ ਪਟੋਲਾ ਤੈਂ ਸਹਿ ਦਿੱਤਾ, ਢੱਕਣ ਕੂ ਪਤ ਮੇਰੀ। ਦਾਨਾ ਬੀਨਾ ਸਾਈਂ ਮੈਂਡਾ। ਮੈਂਡਾ ਉਹੀ ਬੋਲੀ ਹੈ ਇਹ ਆਪਣੀ ਸਿੰਧੀ। ਮੈਂਡਾ ਭਾਵ ਮੇਰਾ। ਦਾਨਾ ਬੀਨਾ ਸਾਈਂ ਮੈਂਡਾ।
मेरा मालिक बड़ा प्यारा है, सियाना है, दाना है, बड़ा सियाना है, सार ना जाना तेरी। पर एक गल मैं कहना, टैंडै सिमरन हब किछ लादम, तेरे सिमरन दे नाल सब कुछ मिल जाता। कोई सतनाम टैंडै भाव तेरे, टैंडै सिमरन हब किछ लादम, बिखम न डिठम कोई, बिखम हुंदी है दुख, डिठम देखण विच भी नहीं आउंदे। जिस पत रखै सच्चा साहिब नानक, मेट न सकै कोई। जिन्हां दी इज्जत मालक रखदा है, उन्हां दी इज्जत नूं कौन खराब कर सकदा है। कोई सतनाम सी जिन्हां दे नाल मालक होवे, कोई नहीं मेट सकदा। प्रेम ठगौरी पाए रिझाए गोबिंद, ये वो सिखां ने जिन्हां ने प्रेम दे नाल मालक नूं खुश कर लिया, रिझा लिया। मन मोहे अजीओ, मालक ने भी उन्होंने मन नूं कैच कर लिया, मालक ने भी उन्होंने मन नूं मोह लिया, बन लिया, वो भी जान जोगे नहीं रहिंदे। जिस तरह लहणा जी जिन्हां ने खेतां विच एक जिमीदार दे कोलों गुरु नानक दे बचन सुने सीगे। एक बारी तड़के तड़के 4 बजे बाहर जाते हैं खेतों वाल, जंगल पानी, उत्थे एक जिमीदार पानी लाउण गया खेतों च, उन्हें हल जोड़िया होया ते लहणा जी खडूर साहब विखे दुकानदारी करते सीगे। जो तड़के तड़के बाहर गए ना खेतां कन्नी, बड़ी मिठी आवाज़ दे विच एक जिमीदार ने खूह ते हल जोड़िया, बल्द जोड़े आ, झट्टा जोड़िया, हल्ट पानी निकल रहा है और यह जिमीदार गांधी ते बैठा बल्दां नूं हक रहा नाले ते नाले आसा जी वार होर जपजी साहिब दीयां बाणियां गा रहा है। ते दूरों लहणा जी ने सुनिया ते कोले आके पुछया, सिखा तू की गा रहा सी? कहंदे ये तां बाबे नानक दी बाणी सी। कहंदे बड़ी मिठी है, मैनूं फिर सुना। उन्होंने फिर सुनाई उन्होंने। वो कहन लगे भी बाबा नानक जी कित्थे मिलणगे? वो जिमीदार कहन लग्या भी वो बाबा नानक जी मिलणगे करतारपुर। कहनी अच्छा, उधर तो मैं जाना हुंदा नैना देवी, ऐतकी दर्शन करके आऊँगा। हठ मजाहू माँ पिरी पसे को दीदार, मन विच दर्शनां दी खिच पैदा हो गई लहणा जी दे। और ऐतकी जदों इन्हां ने नैना देवी जाना सी, अपना जथा इकट्ठा किया भगतां दा, ते तुर पे घोड़ियां ते घोड़ियां ते चढ़ गए। ते अपने जथे का मुखी सी लहणा जी कहन लगे ऐदा करते हैं कि आपां इधर दी चलते हैं लाहौर वाले पासे दी, करतारपुर कोल दी। कहंदे चलो जी। जो करतारपुर साहब पहुँच गए तो उत्थे गुरु प्यारिओ उन्होंने जथे नूं बाहर रोकता। कहते तुसीं इत्थे ठहरो, मैं थोड़ा पिंड विच काम जाके आउणा। पिंड विच चले गए। जदों गली च बड़े तो अगों एक बजुर्ग आउंदे आ ते लहणा जी उन्होंने पुछदे आ, बाबा जी इत्थे कोई नानक जी रहिंदे आ? वो कहंदे हाँ रहिंदे तां है भाई, मैं मिलना सी, मैनूं मिला दिओ। कहंदे आ जा मिला दिन्ने आ। ते उस बजुर्ग ने घोड़ी दीयां वांगा फड़ लियां, लगाम फड़ ली ते मूहरे तुर पिया ते लहणा जी उत्ते बैठे रहे घोड़ी दे ते धर्मशाला विच लै गए। ते धर्मशाला भी छड्ड के लगाम कहंदे ऐदां कर घोड़ी उत्थे बन्ह दे, आ धर्मशाला दे विच आ बैठक जी है ना, इहदे विच जाके वेख, इहदे विच बैठे होणगे। लहणा जी घोड़ी बन्नण चले गए दरख्त नाल ते घुम के जदों मूरले गेट अंदर वड़े अगे जाके की वेखदे आ, उस पलंगे उत्ते मंजे उत्ते उही बजुर्ग बैठा जिहड़ा इन्हां नूं लैके आया। लहणा जी ठंबर गए, हैरान होए, हथ बन के खड़ गए, वेखते रहे, किन्ना चिर वेखते रहे। असल में गुरु नानक देव जी आप ही सन जो इन्हों बाहरों लैके आए सी, कोई सतनाम सी। ते गुरु नानक देव जी कहन लगे की गल भाई ऐ क्यों खड़ गया? लहणा जी कहने महाराज तुसी नानक हो? जी तुसी नानक सी मैनूं उत्थे ही दस दिंदे, मैं तुर के आ जांदा, तुसी घोड़ी ते बह के आ जांदे। बाबा जी हस पे, कहंदे भाई तेरा नाम की है? जी नाम तो मेरा लहणा है।
ਤੇ ਕੀ ਕਹਿੰਦੇ ਫਿਰ? ਬਸ ਤੂੰ ਲੈਣਾ ਹੈ ਤੇ ਅਸੀਂ ਦੇਣਾ ਹੈ। ਜਿਨ੍ਹਾਂ ਨੇ ਲੈਣਾ ਉਹ ਚੜ੍ਹ ਕੇ ਹੀ ਆਉਂਦੇ ਆ। ਕਹੋ ਸਤਿਨਾਮ ਸ੍ਰੀ। ਐਸਾ ਇੱਕ ਬਚਨ ਦੇ ਨਾਲ ਮਨ ਮੋਹਿਆ ਲਹਿਣਾ ਜੀ ਦਾ, ਮੁੜ ਕੇ ਘਰੇ ਨਹੀਂ ਗਏ। ਕਹੋ ਸਤਿਨਾਮ ਸ੍ਰੀ। ਪ੍ਰੇਮ ਠਗੌਰੀ ਪਾਏ ਰਿਝਾਏ, ਗੋਬਿੰਦ ਮਨ ਮੋਹਿਆ ਜੀਓ। ਮਾਲਕ ਨੇ ਐਸਾ ਮਨ ਮੋਹਿਆ, ਸੰਤਨ ਕੈ ਪਰਸਾਰੀ ਅਗਾਧ, ਕੰਠੈ ਲਗ ਸੋਹਿਆ ਜੀਓ। ਕੱਲਾ ਮਨ ਹੀ ਨਹੀਂ ਮੋਹਿਆ, ਸਿੱਖ ਨੂੰ ਗਲੇ ਲਾ ਲਿਆ। ਕਹੋ ਸਤਿਨਾਮ ਸ੍ਰੀ। ਜਦੋਂ ਪਿਆਰ ਨਾਲ ਫਿਰ ਗਲੇ ਲੱਗ ਜਾ ਕਿ ਦੂਜੇ ਦੇ, ਆਪਾਂ ਬੜੇ ਪਿਆਰ ਦੇ ਨਾਲ ਸਿੱਖ ਨੂੰ ਗਲੇ ਲਾ ਲਿਆ, ਕੰਠ ਲਾ ਲਿਆ, ਗਲੇ ਲਾ ਲਿਆ। ਹਰ ਕੰਠ ਲੱਗ ਸੋਹਿਆ। ਤੇ ਜਦੋਂ ਮਾਲਕ ਦੇ ਗਲੇ ਲੱਗ ਗਿਆ ਸੇਵਕ ਸਿੱਖ, ਦੋਖ ਸਭ ਜੋਹਿਆ। ਤੇ ਸਾਰੇ ਔਗਣਾਂ ਨੂੰ ਜੋ ਕੇ ਪਰੇ ਸਿੱਟ ਦਿੱਤਾ ਸਿੱਖ ਨੇ। ਕਹੋ ਸਤਿਨਾਮ ਸ੍ਰੀ। ਭਗਤ ਲਖਨ ਕਰ ਵਸ ਪਏ। ਭਗਤ ਦੇ ਪ੍ਰੇਮੀ ਦੇ ਸਿੱਖ ਦੇ ਲੱਛਣਾਂ ਨੂੰ ਦੇਖ ਕੇ ਰੱਬ ਵੀ ਵਸ ਹੋ ਗਿਆ ਉਹਦੇ। ਕਹੋ ਸਤਿਨਾਮ ਸ੍ਰੀ। ਲਖਣ ਭਾਵ ਲੱਛਣ। ਕਿਹੜੇ ਲੱਛਣ? ਚੰਗੇ ਗੁਣ, ਪ੍ਰੇਮ, ਨਿਮਰਤਾ, ਪਿਆਰ, ਮਿੱਠ ਬੋਲੜਾ, ਸੰਗਤਾਂ ਦੀ ਸੇਵਾ ਕਰਨ ਵਾਲਾ, ਸਤਿਕਾਰ ਕਰਨ ਵਾਲਾ, ਜੀਓ ਆਇਆ ਕਹਿਣ ਵਾਲਾ, ਇਹੋ ਜਿਹੇ ਲੱਛਣ ਚੰਗੇ। ਫਿਰ ਉਹਨਾਂ ਤੋਂ ਸਾਰੇ ਪਿਆਰ ਕਰਦੇ ਆ। ਗੁਰੂ ਅਰਜਨ ਦੇਵ ਜੀ ਕਹਿੰਦੇ, ਜਦੋਂ ਸਿੱਖ ਦੇ ਇਹ ਲੱਛਣ ਦੇਖੇ, ਭਗਤ ਦੇ ਇਹ ਲੱਛਣ ਦੇਖੇ ਪਰਮੇਸ਼ਰ ਨੇ, ਗੁਰੂ ਨੇ, ਉਹਨਾਂ ਨੂੰ ਗਲੇ ਲਾ ਲਿਆ। ਇੱਕ ਸ਼ਬਦ ਹੈ ਬਰਾਗ ਵਾਲਾ, ਬੜਾ ਵਧੀਆ ਬਾਣੀ 'ਚ ਕੀ ਲਿਖਦੇ ਆ? ਪ੍ਰਭ ਹਉ ਤੁਮਰੀ ਕਰੋ ਨਿਤ ਆਸ, ਪ੍ਰਭ ਮੋਹਿ ਕਬ ਗਲ ਲਾਵੇ ਗੋ। ਗਲੇ ਲੱਗਣ ਨੂੰ ਫਿਰਦੇ ਆ, ਪਰ ਹਰੇਕ ਨੂੰ ਥੋੜਾ ਹੀ ਲਾਉਂਦਾ। ਕਹੋ ਸਤਿਨਾਮ ਸ੍ਰੀ। ਸਾਰੇ ਗਲੇ ਲੱਗਣਾ ਚਾਹੁੰਦੇ ਆ। ਮਾਲਕ ਦੇ ਗਲੇ ਲੱਗ ਕੇ ਇੱਕ ਸ਼ਾਂਤੀ ਆਉਂਦੀ ਆ, ਸੁੱਖ ਮਿਲਦਾ ਹੈ। ਪਰ ਉਹ ਜਿਹੇ ਲੱਛਣ ਵੀ ਤਾਂ ਹੋਣ ਸਾਡੇ 'ਚ, ਭਾਵ ਉਹ ਗੁਣ ਵੀ ਤਾਂ ਹੋਣ ਨਾ, ਫੇਰ ਹੀ ਗਲੇ ਲਾਊਗਾ ਨਾ। ਤੇ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਰੰਗੜਾ ਦੇ ਪਿੰਡ ਵਿੱਚ ਫਿਰ ਸਾਰੀ ਸੰਗਤ ਨੂੰ ਕੱਲੇ ਕੱਲੇ ਨੂੰ ਗਲੇ ਲਾਇਆ, ਪਿਆਰ ਦਿੱਤਾ। ਕਹੋ ਸਤਿਨਾਮ ਸ੍ਰੀ। ਛਾਤੀ ਨਾਲ ਲਾਇਆ। ਇੱਕ ਦੂਰੋਂ ਬੱਚਾ ਆਉਂਦਾ ਵਿਦੇਸ਼ਾਂ 'ਚੋਂ ਪਿੰਡ ਆਪਦੇ, ਜਦ ਘਰੇ ਪਹੁੰਚਦਾ ਤੇ ਮਾਂ ਭੱਜ ਕੇ ਗਲਵੱਕੜੀ 'ਚ ਲੈ ਲੈਂਦੀ ਆ। ਕਹੋ ਸਤਿਨਾਮ ਸ੍ਰੀ। ਚਿਰਾਂ ਤੋਂ ਵਿਛੜੇ ਨੂੰ। ਇਹ ਪਿਆਰ ਦੀਆਂ ਖੇਡਾਂ ਹੈ। ਮੇਰੇ ਪ੍ਰੀਤਮ ਜੀ ਕਹਿੰਦੇ, ਹਰ ਕੰਠ ਲਗ ਸੋਹਿਆ, ਦੋਖ ਸਭ ਜੋਹਿਆ। ਜਦੋਂ ਗਲੇ ਲਾ ਲਿਆ ਮਾਲਕ ਨੇ, ਸਾਰੇ ਦੋਖਾਂ ਨੂੰ ਜੋੜਾ ਹੁੰਦਾ ਹੈ ਹੱਥ ਮਾਰਨਾ, ਭਾਵ ਕੱਢ ਕੇ ਪਰੇ ਸਿੱਟ ਦਿੱਤਾ, ਔਗਣਾਂ ਨੂੰ ਕੱਢ ਦਿੱਤਾ। ਭਗਤ ਲਖਨ ਕਰ ਵਸ ਭਏ। ਭਗਤਾਂ ਦੇ ਪਿਆਰ ਦੇ ਵੱਜੇ ਉਹਨਾਂ ਦੇ ਵਸ ਹੋ ਗਏ। ਮੇਰੀ ਬਾਂਦੀ ਭਗਤ ਛਡਾਵੇ, ਬਾਂਧੈ ਭਗਤ ਨ ਛੁਟੈ ਮੋਹੇ। ਏਕ ਸਮੇਂ ਮੋਕੋ ਗਏ ਬਾਂਧੈ, ਤੌਫ ਨ ਮੋਪੈ ਜਵਾਬ ਨਾ ਹੋਏ। ਰੱਬ ਕਹਿੰਦਾ ਜੀ, ਮੈਨੂੰ ਕਹਿੰਦੇ ਜੀ ਬਹਿ ਜਾਓ, ਨਹੀਂ ਜਾਣਾ, ਤਾਂ ਮੈਂ ਕਹਿ ਨਹੀਂ ਸਕਦਾ ਵੀ ਨਹੀਂ ਮੈਂ ਤਾਂ ਜਾਣਾ। ਕਿਉਂਕਿ ਕੋਮਲ ਹੀ ਐਡਾ ਹੈ ਕਿ ਆਪਣੇ ਪਿਆਰੇ ਦਾ ਦਿਲ ਨਹੀਂ ਤੋੜ ਸਕਦਾ। ਕਹੋ ਸਤਿਨਾਮ ਸ੍ਰੀ। ਕਿਉਂਕਿ ਦੋਨੇ ਪਾਸੇ ਆਪ ਹੀ ਤਾਂ ਵਸਦਾ ਹੈ। ਇਸ ਕਰਕੇ ਮਨ ਸਰਬ ਸੁਖ ਉਠੇ, ਗੋਬਿੰਦ ਤੁਠੇ। ਸਿੱਖੋ, ਉਹ ਸਿੰਧੀਓ ਜਿਨ੍ਹਾਂ ਨਾਲ ਗੱਲਬਾਤ ਚੱਲ ਰਹੀ ਹੈ ਤੇ ਸਾਡੇ ਨਾਲ ਵੀ ਚੱਲ ਰਹੀ ਹੈ ਨਾ, ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ ਹੈ। ਇਹ ਕਹਿੰਦੇ, ਸਿੱਖੋ ਮਨ ਸਰਬ ਸੁਖ ਉਠੇ। ਜਿੱਦੇ ਮਾਲਕ ਮਿਲ ਗਿਆ ਉਹਦੇ ਸਾਰੇ ਦੁੱਖ ਭੁੱਲ ਜਾਣੇ ਆ। ਕਹੋ ਸਤਿਨਾਮ ਸ੍ਰੀ। ਇਹ ਉਹਨਾਂ ਚਿਰ ਹੀ ਦੁੱਖ ਲੱਗਦੇ ਆ, ਬਰਾਗ ਲੱਗਦਾ ਹੈ, ਜਿੰਨਾ ਚਿਰ ਮਿਲਿਆ ਨਹੀਂ। ਗੁਰੂ ਅਰਜਨ ਦੇਵ ਜੀ ਨੂੰ ਜਿੰਨਾ ਚਿਰ ਮਿਲਿਆ ਨਹੀਂ, 3 ਚਿੱਠੀਆਂ ਲਿਖਦੇ ਆ। ਮੇਰਾ ਮਨ ਲੋਚਾ ਗੁਰਦਰਸ਼ਨ ਤਾਈ, ਬਿਲਪ ਕਰੇ ਚਾਤਰਕ ਕੀ ਨਿਆਈ। ਤੇਰਾ ਮੁਖ ਸੁਹਾਵਾ ਜੀਓ, ਸਹਿਜ ਤਨ ਬਾਣੀ, ਚਿਰ ਹੋਆ ਦੇਖੈ ਸਾਰੰਗ ਪਾਣੀ। ਮੁਹ ਰਹਿਣ ਨ ਬਿਹਾਵੈ, ਨੀਂਦ ਨਾ ਆਵੇ, ਬਿਨ ਦੇਖੇ ਗੁਰਦਰਬਾਰੇ ਜੀ। ਧਨ ਸੋ ਦੇਸ਼ ਜਹਾਂ ਤੂੰ ਵਸਿਆ, ਮੇਰੇ ਸੱਜਣ ਮੀਤ ਮੁਰਾਰੇ ਜੀ।
ਤੇ ਜਿੱਦੇ ਮਿਲ ਗਏ, ਤੀਜੀ ਚਿੱਠੀ ਗੁਰੂ ਰਾਮਦਾਸ ਜੀ ਨੂੰ ਮਿਲ ਗਈ। ਬਾਬਾ ਬੁੱਢਾ ਜੀ ਹੋਰਾਂ ਨੂੰ ਸਿਆਣੇ ਸਿੱਖਾਂ ਨੂੰ ਭੇਜਿਆ, ਜਾਓ ਅਰਜਨ ਦੇਵ ਨੂੰ ਲੈ ਕੇ ਉਹ ਬਹੁਤ ਜ਼ਿਆਦਾ ਬਰਾਕ ਲੱਗਿਆ ਲੱਗਦਾ। ਜਾ ਕੇ ਲੈ ਆਏ, ਮਿਲ ਪਏ, ਪਿਓ ਪੁੱਤ ਇਕੱਠੇ ਬੈਠੇ ਆ। ਇਹਨੇ ਪ੍ਰਿਥੀ ਚੰਦ ਨੂੰ ਵੀ ਸੱਦ ਲਿਆ ਵੀ ਦੋ ਚਿੱਠੀਆਂ ਦੇ ਤੇਰੇ ਕੋਲੇ ਆ, ਦਿੰਦਾ ਨਹੀਂਗਾ, ਜਿੱਦ ਫੜ ਗਿਆ। ਗੁਰੂ ਰਾਮਦਾਸ ਜੀ ਨੇ ਉਹਦੇ ਖੀਸੇ ਵਿੱਚੋਂ ਕੱਢ ਲਈਆਂ, ਕਹਿੰਦੇ ਆ ਕਿੱਥੋਂ ਨਿਕਲ ਆਈਆਂ। ਤਿੰਨੇ ਚਿੱਠੀਆਂ ਮਿਲਾਈਆਂ, ਤਿੰਨ ਸ਼ਬਦ ਬੜੇ ਸੋਹਣੇ ਆ, ਤੇ ਇਹਨਾਂ ਸ਼ਬਦਾਂ ਨੂੰ ਹਜ਼ਾਰਾਂ ਦੇ ਹੈ ਸ਼ਬਦ, ਹਜ਼ਾਰੇ ਬੜੇ ਕੀਮਤੀ ਸ਼ਬਦ। ਕਹੋ ਸਤਨਾਮ ਸ੍ਰੀ। ਹਜ਼ਾਰੇ ਦਾ ਮਤਲਬ ਕੀਮਤੀ, ਬੜੇ ਕੀਮਤੀ। ਫਿਰ ਰਾਮਦਾਸ ਜੀ ਮਹਾਰਾਜ ਆਪਣੇ ਪੁਆਇੰਟ ਤੇ ਆ ਕੇ ਕਹਿ ਲਓ ਵੀ ਸਿੱਖੋ, ਮੈਂ ਹੁਣੇ ਹੀ ਗੁਰਤਾ ਗੱਦੀ ਦੇਣੀ ਆ ਅੱਗੇ। ਇਹ ਤਿੰਨਾਂ ਸ਼ਬਦਾਂ ਦਾ ਨਾਲ ਦਾ ਚੌਥਾ ਸ਼ਬਦ ਜਿਹੜਾ ਰਚ ਦੇਊਗਾ, ਚਾਹੇ ਪ੍ਰਿਥੀ ਚੰਦ ਤੇ ਚਾਹੇ ਅਰਜਨ ਦੇਵ, ਉਸੇ ਨੂੰ ਗੱਦੀ ਦੇ ਦੂੰਗਾ। ਕਿਉਂਕਿ ਪ੍ਰੀਖਿਆ, ਇੰਟਰਵਿਊ, ਇਹ ਇੰਟਰਵਿਊ ਸੀ। ਹਰ ਵੇਲੇ ਗੁਰੂ ਸਾਹਿਬ ਨੇ ਇੰਟਰਵਿਊ ਲਈ ਅਗਲੇ ਸਿੱਖ ਦੀ ਗੱਦੀ ਦੇਣ ਵੇਲੇ। ਕਹੋ ਸਤਨਾਮ ਸ੍ਰੀ। ਪ੍ਰਿਥੀ ਚੰਦ ਨੂੰ ਟਾਈਮ ਪਹਿਲਾਂ ਦੇਤਾ, ਐ ਨਾ ਕਹੇ ਕਿ ਮੈਨੂੰ ਪਹਿਲਾਂ ਟਾਈਮ ਨਹੀਂ ਦਿੱਤਾ ਗਾ। ਟਾਈਮ ਦੇਤਾ, ਪਰ ਉਹਦੇ ਅੰਦਰੋਂ ਕਿੱਥੇ ਬਾਣੀ ਚੱਲਣੀ ਸੀ। ਬਾਣੀ ਤਾਂ ਪ੍ਰੇਮ ਚੋਂ ਨਿਕਲਦੀ ਆ। ਸਾਚ ਕਹੋ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ, ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ। ਪ੍ਰਿਥੀ ਚੰਦ ਨੂੰ ਟਾਈਮ ਦੇਤਾ, ਉਹਨੂੰ ਕੋਈ ਸ਼ਬਦ ਨਾ ਔੜਿਆ। ਫਿਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਸਮਾਂ ਦਿੱਤਾ ਗਿਆ, ਪੁੱਤਰਾ ਤੂੰ ਸੁਣਾ ਫਿਰ ਚੌਥਾ ਸ਼ਬਦ ਕਿਹੜਾ ਇਹਦਾ। ਫਿਰ ਚੌਥਾ ਉਚਾਰਿਆ, ਭਾਗ ਹੋਆ ਗੁਰ ਸੰਤ ਮਿਲਾਇਆ, ਪ੍ਰਭ ਅਵਨਾਸੀ ਘਰ ਮੈਂ ਪਾਇਆ। ਸੇਵ ਕਰੀ ਪਲ ਚੱਸਾ ਨਾ ਵਿਛੜਾ। ਹੁਣ ਤਾਂ ਐਂ ਲੱਗਦਾ ਜਿਵੇਂ ਕਦੇ ਵਿਛੜਾ ਹੀ ਨਹੀਂ ਸੀ, ਕਿਉਂਕਿ ਦੁੱਖ ਭੁੱਲ ਗਿਆ, ਵਿਛੋੜਾ ਖਤਮ ਹੋ ਗਿਆ। ਕੋਈ ਸਤਨਾਮ ਸ੍ਰੀ। ਸੇਵ ਕਰੀ ਪਲ ਚੱਸਾ ਨਾ ਵਿਛੜਾ, ਜਨ ਨਾਨਕ ਦਾਸ ਤੁਮਾਰੇ ਜੀਓ। ਹੋ ਘੋਲੀ ਜੀਓ ਘੋਲ ਘੁਮਾਈ, ਜਨ ਨਾਨਕ ਦਾਸ ਤੁਮਾਰੇ। ਭਾਗ ਹੋਆ ਗੁਰ ਸੰਤ ਮਿਲਾਇਆ। ਗੁਰੂ ਰਾਮਦਾਸ ਜੀ ਨਾਲ ਕਿਹੜੇ ਸੰਤ ਨੇ ਮਿਲਾਇਆ? ਬਾਬਾ ਬੁੱਢਾ ਜੀ ਨੇ। ਕਹੋ ਸਤਨਾਮ। ਉਹ ਲੈ ਕੇ ਆਏ ਉਹਨਾਂ ਨੂੰ ਜਾ ਕੇ, ਤੇ ਇੱਥੇ ਵਡਿਆਈ ਸੰਤਾਂ ਨੂੰ ਰੱਬ ਦੇ ਪਿਆਰਿਆਂ ਨੂੰ ਦਿੱਤੀ ਗਈ ਹੈ। ਆਖਰੀ ਪੰਕਤੀ ਵਿੱਚ ਬਾਬਾ ਜੀ ਕਹਿੰਦੇ, ਮਨ ਸਰਬ ਸੁੱਖ ਬੁੱਠੇ, ਦੁੱਖਾਂ ਦਾ ਖਾਤਮਾ ਹੋ ਗਿਆ, ਸਾਰੇ ਸੁੱਖ ਆ ਗਏ। ਕਦੋਂ? ਜਦੋਂ ਗੋਬਿੰਦ ਤੁਠੇ, ਜਦੋਂ ਗੁਰੂ ਖੁਸ਼ ਹੋ ਗਿਆ, ਟੁੱਟ ਗਿਆ। ਜਨਮ ਮਰਨਾ ਸਭ ਮਿਟ ਗਏ, ਜਮਨ ਮਰਨਾ ਵੀ ਮਿਟਾਤਾ। ਸਖੀ ਮੰਗਲ ਗਾਇਆ, ਤੇ ਫਿਰ ਗੀਤ ਨਹੀਂ ਗਾਏ ਜਾਂਦੇ? ਵਿਆਹ ਦੇ ਵਿੱਚ ਵੀ ਗੀਤ ਗਾਏ ਜਾਂਦੇ ਆ। ਇਹ ਆਤਮਾ ਤੇ ਪਰਮਾਤਮਾ ਦੇ ਮਿਲਾਪ ਦੇ ਗੀਤ ਆ। ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਤ ਕੀਨ। ਫਿਰ ਗੀਤ ਗਾਏ, ਮੰਗਲ ਗਾਏ ਖੁਸ਼ੀ ਦੇ। ਕੈਸੇ? ਸਖੀ ਮੰਗਲ ਗਾਇਆ ਇੱਛ ਪੁਜਾਇਆ। ਸ਼ੁਰੂਆਤ ਕੀਤੀ ਸੀ ਮੁਲਤਾਨ ਦੇ ਲੋਕਾਂ ਨੇ, ਸਿੰਧੀ ਸੰਗਤ ਨੇ। ਹੱਠ ਮਜਾਹੂ ਮਾਂ ਪਿਰੀ ਪੱਸੇ ਕੋ ਦੀਦਾਰ, ਮੈਂ ਦਰਸ਼ਨ ਲੋਚਦਾ ਹਾਂ। ਗੁਰੂ ਸਾਹਿਬ ਮੈਨੂੰ ਵੀ ਦੱਸ ਦਿਓ। ਕਹਿੰਦੇ ਰੱਬ ਦੇ ਪਿਆਰਿਆਂ ਨੂੰ ਪੁੱਛੋ, ਉਹਨਾਂ ਕੋਲ ਜੁਗਤੀਆਂ ਹੁੰਦੀਆਂ। ਸਖੀ ਮੰਗਲ ਗਾਇਆ ਇੱਛ ਪੁਜਾਇਆ, ਬੌੜ ਨਾ ਮਾਇਆ ਹੋਇਆ। ਹੁਣ ਮੈਂ ਦੁਬਾਰੇ ਮਾਇਆ ਨਹੀਂ ਬਣੂੰਗਾ। ਭਾਵ ਆਪਾਂ ਸਰੀਰ ਵਿੱਚ ਬਣ ਗਏ ਨਾ, ਇਹ ਸਰੀਰ ਮਾਇਆ ਦਾ ਬਣਿਆ ਹੋਇਆ। ਦੁਬਾਰੇ ਮੇਰੇ ਤੇ ਮਾਇਆ ਨਹੀਂ ਪਊਗੀ, ਹੁਣ ਮੈਨੂੰ ਸੋਝੀ ਆ ਗਈ ਆ। ਕਹੋ ਸਤਨਾਮ ਸੀ। ਇੱਕ ਵਾਰ ਦੀ ਗੱਲ ਹੈ, ਛੋਟੀ ਜੀ, ਮੈਂ ਸੰਤਾਂ ਦੇ ਕੋਲੇ ਕੈਸੀਆਂ ਕੈਸੀਆਂ ਜੁਗਤੀਆਂ ਹੁੰਦੀਆਂ। ਇੱਕ ਤੋਤਾ ਰੱਖਿਆ ਕਿਸੇ ਨੇ, ਤੇ ਤੋਤਾ ਬੋਲਦਾ ਹੈ ਗੰਗਾ ਰਾਮ ਕਹੋ ਰਾਮ ਰਾਮ, ਪਰ ਪਿੰਜਰੇ 'ਚ ਬੰਦ ਹੈ, ਆਜ਼ਾਦ ਨਹੀਂ ਹੈਗਾ। ਚੂਰੀ ਵੀ ਪਾਉਂਦਾ ਉਹਨੂੰ, ਰੋਟੀ ਵੀ ਪਾਉਂਦਾ, ਖੁਰਾਕਾਂ ਵੀ ਪਾਉਂਦਾ, ਫਲ ਫਰੂਟ ਵੀ ਪਾਉਂਦਾ, ਪਰ ਪਿੰਜਰੇ 'ਚ ਕੈਦ ਹੈ, ਬੋਲਦਾ ਵੀ ਹੈ। ਇੱਕ ਦਿਨ ਆਪਣੇ ਮਾਲਕ ਨੂੰ ਕਹਿਣ ਲੱਗਿਆ, ਤੂੰ ਸਾਧੂਆਂ ਕੋਲ ਜਾਣਾ ਹੈ। ਉਹਨਾਂ ਦੇ ਕੋਲ ਜਾ ਕੇ ਮੇਰੇ ਬਾਰੇ ਪੁੱਛ ਕੇ ਆ, ਉਹ ਮੁਕਤੀ ਕਰਦੇ ਆ, ਮੇਰੀ ਕਦੋਂ ਮੁਕਤੀ ਹੋਊਗੀ? ਉਹ ਸਾਧੂਆਂ ਕੋਲ ਗਿਆ, ਕਹਿਣ ਲੱਗਿਆ
महापुरुषों मैं एक तोता रखे है, बोलता कहते अज वो कहता भी महापुरुषों को पुछ के आई मेरी मुक्ति कदों होगी। जदों उन्हें इदा पूछया तो साधु जिहड़े सन एकदम डिग पे, एकदम डिग, बोले कुछ नहीं, डिग पे, क्योंकि पंछी नूं इशारे की भाषा समझ आनी है। वो डिग पे, सेवक भजे, तलियां तुलियां मलियां, मालशा कीतियां, उठ के बैठ गए। वो सेठ ने पूछया नहीं दोबारे, कहते छड्ड इशारे, तो मेरे पुछण नाल पता नहीं की हो गया, तो बेहोश ही हो गए सी। जब मुड़ के आपदे तोते कोल आया, वो पुछदा मेरे बारे पुछया कुछ, वो कहते कादा पुछया यार, जदों मैं पुछया तो शायद तो बेहोश ही हो गए, डिग पे। वो सोता समझ गया भी बेहोश ही होना पैना हुण, को सतनाम सी। जब दूजा दिन चढ़िया तो लैके चोरी चारी फिर आया तोते कोल, नाले चूरी खवाउंदा नाले पुछदा गंगा राम कहो राम राम, पर गंगा राम बोलदा ही नहीं गा, वो तो लुटकिया पिया बिच पिंजरे दे। वो वेखदा भी लगदा मर गया, रात नूं कोई जानवर टस गया, इसनूं लगदा ये मर गया। टस तो मस नहीं हुंदा, ना पैर हिलाउंदा ना फंग हिलाउंदा। उन्हें बाहर कढ़िया, हाथ ते उल्टाया पुलटाया, मर गया। हुण ਉਹਦੇ करना चक के परे सिੱਟਤਾ। ਜਦੋਂ चला के परे मारिया तोते नूं होश आई, ਉੱਡਿਆ ਤੇ दरख्त ते बह गया। वो सेठ ने सिड़ते सिड़ते कहा राम नाम सत है। वो चढ़ के उठे, कोठे ते बह गया, अपना दरख्त ते बह गया। कहना ठीक है, राम नाम तो सत है, पर चाबी संतां दे हथ है। कहो सतनाम, जुगती संतां दे हथ है। वैसे बिरले बिरले कईयां ने संत शब्द नूं मिसयूज भी किया। बाबा बुढ़ा जी वर्गे संत, संत ईश्वर सिंह होर महान संत बाबा अतर सिंह जी वर्गे कितने संत होए आ रब दे प्यारे, रब नाल जोड़न वाले। उन्हां दी डेफिनेशन भी दिती है, जिन्ना सास गिरास न विसरै, हर नामा मन मंत, धन से सही नानका पूर्ण सोई संत। उन्हां दी निशानियां भी दसियां। तो आखिरी पंक्ति विच बाबा जी कहंदे जदों मिल गया, सखी मंगल गाया इछ पुजाया, बौड़ न माया होया। असल भी साधुआं ने कहा सीगा जदों दुनिया वालों बेहोश हो गया फिर ही तेरी मुक्ति होगी। जिन्ना चिर तू दुनिया की होश रखदा है उन्ना चिर चों निकलना बड़ा मुश्किल है। कहो सतनाम, वो समझ गया इशारा। तो इस करके गुरु कृपा करना, साडी गुरु वाल होश होवे, दुनिया वालों भावें कैसे बेपरवाह होइए, हाहो पाई रखिए गृहस्थी जीवन च रहिंदे होए, पर रब नाल जुड़िए। प्रीतम जी कहंदे मौड़ न माया होया, कर गहली ने नानक प्रभ प्यारे। हुण मेरी मालक ने बाह फड़ लई आ, कर हथ, गहली ने मालक ने मेरी बाह फड़ लई आ। कर गहली ने प्रभ प्यारे, संसार सागर नहीं पोहिया। मैनू संसार समुंदर चों बाहर कढ़ता, हुण संसार सागर विच नहीं डुबांगा। इसी चौथा पदा ते पंजवें पदे विच निचोड़ कढ़िया बाबा जी ने। पंजवां पदा है आप थोड़ा सरवण करते हैं, बाकी कल नूं सरवण करांगे। दखना साई नामी अमोल, कीम ना कोई जान दो। रब दा नाम बड़ा अमोलक है, पर इहदी कीमत कोई पाउंदा। तेरे नाम दे व्यापारी बाबा नानका दुनिया च कोई आ। कोई सतनाम बिरले आ। साई नाम अमोल, कीम ना कोई जान दो। जिन्ना भाग मथा है, जिन्हां दे मथे दे वड्डे भाग हुंदे हन, से नानक हर रंग मान दो। वो हरी दे रंगां नूं माणदे आ। ये विचार आपां कल नूं सरवण करांगे। हुण समां समाप्ति ते आ, इत्थे रोकण दी आग्या बख्शो। बोलदे अनेक आखर बाद घाट हो जाते। सिख संगतां दे सतगुरु बख्शण योग है, बख्श लेना जी। समाप्ति करिए। बुलाओ फतेह पाओ फतेह। वाहिगुरू जी का खालसा, वाहिगुरू जी की फतेह। वाहिगुरू।